एक ओंकार सतगुर प्रसाद। सलोक महला नौवा। गुण गोबिंद गायो नहीं, जन्म अकारथ कीना। कहो नानक हर भज मना, जिह बिद जल को मीना। गुण गोबिंद गायो नहीं, जन्म अकारथ कीना। कहो नानक हर भज मना, जिह बिद जल को मीना। वाहिगुरु जी का खालसा, वाहिगुरु जी की फतेह। गुरु प्यारी साध संगत जीओ, ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਤਿਸ ਲੜੀ ਦੇ ਤਹਿਤ ਆਪਾਂ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅਤੇ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਪੰਜਵੇਂ ਪਾਤਸ਼ਾਹ ਜੀ, ਚਾਰ ਪਾਤਸ਼ਾਹੀਆਂ ਦੇ ਸ਼ਲੋਕ ਆਪਾਂ ਕੱਲ੍ਹ ਤੱਕ ਸਾਂਝੇ ਕਰ ਚੁੱਕੇ ਹਾਂ, ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ ਆਪਾਂ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕਾਂ ਦੀ ਵਿਚਾਰ ਆਰੰਭ ਕਰਨ ਜਾ ਰਹੇ ਹਾਂ। ਪਹਿਲੇ ਸ਼ਲੋਕ ਦਾ ਪਾਠ ਆਪਾਂ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ। 1426 ਨੰਬਰ ਅੰਕ 'ਤੇ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਈਮਾਨ ਹੈ। ਇਸ ਪਾਵਨ ਸ਼ਲੋਕ ਦੀ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸ਼ਲੋਕ ਵਾਰਾਂ ਤੇ ਵਧੀਕ ਵਿੱਚ ਆਇਆ ਪਹਿਲਾ ਸ਼ਲੋਕ ਹੈ, ਉਹਦੇ ਨਾਲ ਇਸ ਸ਼ਲੋਕ ਨੂੰ ਮਿਲਾ ਕੇ ਵੇਖਣਾ ਕਿ ਗੁਰੂ ਸਾਹਿਬ ਕਿਵੇਂ ਇੱਕ ਵਿਚਾਰਧਾਰਾ ਇੱਕੋ ਹੀ ਜੋਤ ਹੋਆ ਜੂਤ ਸਾਏ ਸਹਿ ਕਾਇਆ ਫਿਰ ਪਲਟਿਆ ਦੇ ਮਾਂ ਵਾਕ ਅਨੁਸਾਰ ਕਿੱਦਾਂ ਵਿਚਾਰ ਇੱਕ ਨੇ, ਕਿੱਦਾਂ ਗੁਰੂ ਪਾਤਸ਼ਾਹ ਇੱਕ ਵਿਸ਼ੇ ਦੀ ਗੱਲ ਸਰੋਤੇ ਨੂੰ ਕਿੰਨੇ ਸੋਹਣੇ ਤਰੀਕੇ ਨਾਲ ਸਮਝਾਉਂਦੇ ਨੇ। ਜਿਹੜੀ ਗੱਲ ਪਹਿਲੇ ਪਾਤਸ਼ਾਹ ਨੇ ਕੀਤੀ ਉਹ ਗੱਲ ਹੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਨੌਵੇਂ ਪਾਤਸ਼ਾਹ ਜੀ ਨੇ ਕੀਤੀ ਹੈ। ਹੁਣ ਇੱਥੇ ਸਵਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜਾ ਸਾਡੇ ਸਾਹਮਣੇ ਰੱਖਿਆ ਵੀ ਗੁਣ ਗੋਬਿੰਦ ਗਾਇਓ ਨਹੀਂ। ਹੇ ਭਾਈ ਤੂੰ ਗੋਬਿੰਦ ਦੇ ਗੁਣ ਨਹੀਂ ਗਾਏ। ਗੋ ਦਾ ਅਰਥ ਧਰਤੀ ਆ, ਬਿੰਦ ਦਾ ਅਰਥ ਹੈ ਧਰਤੀ ਦਾ ਮਾਲਕ। ਜਿਹੜਾ ਧਰਤੀ ਦਾ ਮਾਲਕ ਹੈ, ਸਮੁੱਚੀ ਕਾਇਨਾਤ ਨੂੰ ਸਿਰਜਣ ਵਾਲਾ ਹੈ, ਉਹਦੇ ਤੂੰ ਗੁਣ ਨਹੀਂ ਗਾਏ। ਤੇ ਕੀ ਕੀਤਾ? ਜਨਮ ਅਕਾਰਥ ਕੀਨ। ਗੁਣ ਪ੍ਰਮਾਤਮਾ ਦੇ ਨਹੀਂ ਗਾਏ, ਜਨਮ ਅਕਾਰਥ ਆਪਣਾ ਕਰ ਲਿਆ। ਇਸ ਗੱਲ ਨੂੰ ਸਮਝਣਾ, ਪ੍ਰਮਾਤਮਾ ਦੇ ਗੁਣ ਗਾਉਣ ਦਾ ਮੀਨਿੰਗ ਕੀ ਹੈ। ਭਾਵ ਉਹ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਹਰ ਇੱਕ ਵਿੱਚ ਸਮਾਇਆ ਹੋਇਆ ਹੈ। ਜਦੋਂ ਪ੍ਰਮਾਤਮਾ ਨੂੰ, ਵਾਹਿਗੁਰੂ ਨੂੰ ਗੁਣਾਂ ਦਾ ਖਜ਼ਾਨਾ ਕਹਿ ਕੇ ਸੰਬੋਧਨ ਕੀਤਾ ਹੈ ਤੇ ਨਾਲ ਇਹ ਵੀ ਆਖਿਆ ਵੀ ਉਹ ਗੁਣ, ਜਿਹੜੇ ਗੁਣ ਮਾਲਕ ਵਿੱਚ ਮੰਗਲਾਚਰਨ ਵਿੱਚ ਆਪਾਂ ਵੇਖ ਚੁੱਕੇ ਹਾਂ ਵੀ ਨਿਰਭਉ ਹੈ, ਨਿਰਵੈਰ ਹੈ, ਇਹ ਸਾਰੇ ਗੁਣ ਉਸ ਮਾਲਕ ਕਰਤਾ ਹੈ, ਪੁਰਖ ਹੈ। ਇਹ ਸਾਰੇ ਗੁਣ ਮਨੁੱਖ ਨੇ ਜ਼ਿੰਦਗੀ ਜਿਉਂਦਿਆਂ ਆਪਣੇ ਜੀਵਨ ਵਿੱਚੋਂ ਪ੍ਰਗਟ ਕਰਨੇ ਨੇ ਅਤੇ ਉਹਨਾਂ ਗੁਣਾਂ ਨੂੰ ਪ੍ਰਗਟ ਕਰਕੇ ਉਹਨਾਂ ਗੁਣਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਹੈ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਤੂੰ ਗੋਬਿੰਦ ਦੇ ਗੁਣ ਨਹੀਂ ਗਾਏ ਅਤੇ ਜਨਮ ਆਪਣਾ ਵਿਅਰਥ ਬਤੀਤ ਕੀਤਾ ਹੈ। ਹੁਣ ਪੁੱਛੀਏ ਮਹਾਰਾਜ ਨੂੰ ਗੋਬਿੰਦ ਦੇ ਗੁਣ ਗਾਏ ਕਿਉਂ ਨਹੀਂ? ਇਹ ਗੱਲ ਆਪਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਹਿਲੇ ਸ਼ਲੋਕ ਵਿੱਚੋਂ ਬਹੁਤ ਸੌਖਿਆਂ ਸਮਝ ਆ ਸਕਦੀ ਹੈ। ਕਿਉਂ ਨਹੀਂ ਗਾਏ? ਇੱਕ ਜੀਵ ਇਸਤਰੀ ਦੇ ਰੂਪ ਵਿੱਚ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਉਸ ਸ਼ਲੋਕ ਵਿੱਚ ਕੀਤੀ ਹੈ ਕਿ ਇੱਕ ਸੱਜ ਵਿਆਹੀ ਲੜਕੀ ਨੂੰਹ ਆਪਣੀ ਸੱਸ ਦਾ ਸਤਿਕਾਰ ਨਹੀਂ ਕਰਦੀ, ਝੁਕਦੀ ਨਹੀਂ। ਇੱਕ ਦੁਨਿਆਵੀ ਐਗਜ਼ੈਂਪਲ ਦੇ ਕੇ ਸਮਝਾਇਆ ਅਤੇ ਉਹਨੂੰ ਗੁਆਂਢਣ ਪੁੱਛਦੀ ਹੈ, ਭੈਣੇ ਮੈਂ ਤੈਨੂੰ ਆਪਣੀ ਕਦੀ ਸੱਸ ਅੱਗੇ ਝੁਕਦਿਆਂ ਨਹੀਂ ਵੇਖਿਆ, ਉਹਦਾ ਸਤਿਕਾਰ ਅਦਬ ਕਰਦਿਆਂ ਨਹੀਂ ਵੇਖਿਆ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੀ ਉਹ ਸ਼ਲੋਕ ਵਿੱਚ ਗੱਲ ਕਹੀ ਹੈ ਉਹ ਬਾਕਮਾਲ ਹੈ। ਉਤੰਗੀ, ਉੱਚੇ ਲੰਬੇ ਕੱਦ ਵਾਲੀ, ਉਤੰਗੀ ਪਹਿਰੀ ਗਹਿਰੀ ਗੰਭੀਰੀ, ਸੱਸੜ ਸੁਹੀਆ ਕਿਉਂ ਕਰੀ ਨਿਵਣ ਨਾ ਜਾਏ ਥਣੀ। ਮੈਂ ਆਪਣੀ ਸੱਸ ਅੱਗੇ ਝੁਕਾਂ ਕਿੱਦਾਂ? ਨਿਵਣ ਨਾ ਜਾਏ ਥਣੀ ਦਾ ਅਰਥ ਹੈ ਮੇਰੀ ਜਵਾਨੀ ਮੈਨੂੰ ਮੇਰੀ ਸੱਸ ਅੱਗੇ ਝੁਕਣ ਨਹੀਂ ਦਿੰਦੀ, ਉਹਦੇ ਅੱਗੇ ਉਹਦਾ ਅਦਬ ਸਤਿਕਾਰ ਨਹੀਂ ਕਰਨ ਦਿੰਦੀ।
ਹੁਣ ਇੱਥੇ ਗੱਲ ਭਾਵੇਂ ਦੁਨਿਆਵੀ ਨੂੰਹ ਤੇ ਸੱਸ ਦੀ ਹੋ ਰਹੀ ਹੈ, ਪਰ ਮੈਸੇਜ ਬਹੁਤ ਕਮਾਲ ਦਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ। ਦੂਜੀ ਸਹੇਲੀ ਉਹਨੂੰ ਕਹਿੰਦੀ ਹੈ, ਮੇਰੀਏ ਭੈਣੇ, ਮੈਂ ਆਪਣੇ ਜੀਵਨ ਦੇ ਵਿੱਚ ਨਾ ਵੱਡੇ ਵੱਡੇ ਮਹੱਲ, ਵੱਡੇ ਵੱਡੇ ਪਹਾੜ ਜਿਹੜੇ ਅਸਮਾਨ ਨੂੰ ਛੂੰਹਦੇ ਸੀ, ਬਹੁਤ ਉੱਚੇ ਲੰਬੇ ਸੀ, ਉਹ ਵੀ ਮੈਂ ਜ਼ਮੀਨ 'ਤੇ ਡਿੱਗਦੇ ਵੇਖੇ ਨੇ। ਤੇ ਗੁਰੂ ਸਾਹਿਬ ਜੀ ਨੇ ਬਾ ਕਮਾਲ ਗੱਲ ਕਹੀ ਹੈ, ਕਹਿੰਦੇ ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ। ਜਿਹੜੇ ਐਡੇ ਸੋਹਣੇ ਮਹੱਲ ਬਣੇ ਸੀ ਜਿਨ੍ਹਾਂ ਨੂੰ ਚੂਨੇ ਦੇ ਪਲਸਤਰ ਹੋਏ ਪਏ ਸੀ ਤੇ ਅਸਮਾਨ ਨੂੰ ਛੂੰਹਦੇ ਸੀ, ਜਿਹੜੇ ਸੇ ਭੀ ਢਹਿੰਦੇ ਡਿੱਠ ਮੈਂ, ਉਹ ਵੀ ਮੈਂ ਜ਼ਮੀਨ 'ਤੇ ਡਿੱਗਦੇ ਵੇਖੇ ਨੇ। ਤੇ ਕਿੱਡੀ ਪਿਆਰੀ ਗੱਲ ਕਹੀ, ਮੁੰਦ ਨਾ ਗਰਭ ਥਣੀ। ਤੇ ਮੇਰੀ ਇਹ ਭੈਣੇ ਜਵਾਨੀ ਦਾ ਕਿਹੜਾ ਮਾਣ ਕਰਦੀ ਪਈ ਹੈ। ਜਿਹੜੇ ਵੱਡੇ ਉੱਚੇ ਮਹੱਲ ਜ਼ਮੀਨ 'ਤੇ ਡਿੱਗ ਸਕਦੇ ਆ, ਜਿਹੜੇ ਪੱਕੇ, ਜਿਨ੍ਹਾਂ ਨੂੰ ਬਹੁਤ ਸੋਹਣੇ ਸੀਮੈਂਟ ਚੂਨੇ ਨਾਲ ਪਲਸਤਰ ਕੀਤਾ ਸੀ, ਉਹ ਜ਼ਮੀਨ 'ਤੇ ਡਿੱਗ ਪਏ, ਤੇ ਜਵਾਨੀ ਸਦਾ ਰਹਿਣੀ ਹੈ, ਕਿਤੇ ਇਹ ਨਹੀਂ ਡਿੱਗਣੀ ਜਿਹੜੀ ਜਵਾਨੀ ਦਾ ਤੂੰ ਅੱਜ ਮਾਣ ਕਰਕੇ ਸਤਿਕਾਰ ਨਹੀਂ ਕਰ ਰਹੀ। ਵੇਖੋ ਇਹ 'ਚੋਂ ਦੋ ਮੈਸੇਜ ਮਿਲ ਗਏ ਸਾਨੂੰ। ਇੱਕ ਤਾਂ ਦੁਨਿਆਵੀ ਪੱਖ ਵੀ ਆ ਗਿਆ ਵੀ ਸਾਨੂੰ ਆਪਣੇ ਬਜ਼ੁਰਗਾਂ ਦਾ, ਵੱਡਿਆਂ ਦਾ ਅਦਬ ਸਤਿਕਾਰ ਕਰਨਾ ਚਾਹੀਦਾ। ਕਈ ਵਾਰੀ ਜਵਾਨੀ ਵਿੱਚ ਪੋਤਰਿਆਂ ਨੂੰ, ਪੋਤਰੀਆਂ ਨੂੰ, ਦਾਦੇ ਦਾਦੀ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਜੋਸ਼ ਹੁੰਦਾ, ਜਵਾਨੀ ਹੁੰਦੀ ਹੈ। ਕਈ ਵਾਰੀ ਨੂੰਹਾਂ ਨੂੰ, ਪੁੱਤਾਂ ਨੂੰ, ਆਪਣੇ ਬਜ਼ੁਰਗ, ਜੇ ਕੋਈ ਆਪਣੀ ਉਹ ਜ਼ਿੰਦਗੀ ਦੇ ਵਿੱਚੋਂ, ਤਜਰਬੇ 'ਚੋਂ ਕੋਈ ਸਾਡਾ ਬਜ਼ੁਰਗ ਸਾਡੇ ਨਾਲ ਗੱਲ ਸ਼ੇਅਰ ਕਰਦਾ ਹੈ ਨਾ, ਸਾਨੂੰ ਉਹਨਾਂ ਗੱਲਾਂ ਦਾ ਸਤਿਕਾਰ ਕਰਨਾ ਚਾਹੀਦਾ। ਪੁੱਛ ਕੇ ਵੇਖੋ ਉਹਨਾਂ ਨੂੰ, ਜਿਨ੍ਹਾਂ ਘਰਾਂ 'ਚ ਮਾਵਾਂ ਨਹੀਂ ਹੈਗੀਆਂ, ਜਿਨ੍ਹਾਂ ਘਰਾਂ 'ਚ ਵੱਡੇ ਬਜ਼ੁਰਗ ਪਿਤਾ ਨਹੀਂ ਹੈਗੇ, ਉਹਨਾਂ ਨੂੰ ਪੁੱਛ ਕੇ ਵੇਖੋ ਉਹ ਚਾਹੁੰਦੇ ਨੇ। ਕਈ ਵਾਰੀ ਨਾ ਕਈ ਬੱਚੇ ਇਸ ਗੱਲੋਂ ਅੱਕ ਜਾਂਦੇ ਵੀ ਮੈਨੂੰ ਮੇਰਾ ਦਾਦਾ ਜੀ ਝਿੜਕਦੇ ਨੇ, ਮੈਨੂੰ ਮੇਰੇ ਪਿਤਾ ਜੀ ਕੁਝ ਝਿੜਕਦੇ ਨੇ, ਮੈਨੂੰ ਮੇਰੀ ਮਾਂ ਝਿੜਕਦੀ ਹੈ। ਤੇ ਦੂਜਾ ਲੱਗ ਜਾਂਦਾ ਤੂੰ ਕਰਮਾਂ ਵਾਲਾ ਹੈ, ਤੈਨੂੰ ਕੁਝ ਝਿੜਕਣ ਵਾਲਾ ਤਾਂ ਹੈ। ਮੈਂ ਅੱਜ ਲੱਭਦਾ ਵੀ ਮੈਨੂੰ ਮੇਰੀ ਮਾਂ ਮੈਨੂੰ ਕੁਝ ਕਵੇ ਗੁੱਸੇ ਨਾਲ, ਮੈਨੂੰ ਮੇਰਾ ਬਾਪ ਕੋਈ ਦਬਕਾ ਮਾਰੇ, ਮੈਂ ਉਹ ਝਿੜਕਦਾ ਪਿਆਸਾ ਵਾਂ। ਗੱਲ ਫਿਰ ਉੱਥੇ ਆਉਂਦੀ ਹੈ, ਕਦਰ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਲੋਕਾਂ ਕੋਲ ਇਹ ਚੀਜ਼ਾਂ ਨਹੀਂ ਹੈਗੀਆਂ, ਜਿਹੜੇ ਵਿੱਚ ਬੈਠੇ, ਜਿਵੇਂ ਮੱਛੀ ਪਾਣੀ 'ਚ ਹੋਵੇ ਉਹਨੂੰ ਪਾਣੀ ਦੀ ਕੀ ਕਦਰ ਹੈ, ਪਰ ਜੋ ਪਾਣੀ 'ਚੋਂ ਬਾਹਰ ਕੱਢ ਕੇ ਵੇਖੋ ਉਹ ਤੜਫਦੀ ਹੈ, ਵਿਲਕਦੀ ਹੈ। ਜੇ ਕਿਸੇ ਨੂੰ ਕੋਈ ਦਬਕਾ ਮਾਰਦਾ, ਕੋਈ ਝਿੜਕ ਮਾਰਦਾ, ਤਾਂ ਤੈਨੂੰ ਸਵਾਰਨ ਵਾਸਤੇ ਪੁਰਾਣੇ ਸਮੇਂ 'ਚ ਟੀਚਰ ਛਿੱਲ ਲਾ ਦਿੰਦੇ ਸੀ ਸਟੂਡੈਂਟ ਦੀ, ਤੇ ਉਹ 5-5 10-10 ਪੜ੍ਹੇ ਵੀ ਜਿਹੜੇ ਸਟੂਡੈਂਟ ਸੀ ਨਾ, ਉਹ ਬੁਲੰਦੀਆਂ ਨੂੰ ਛੂੰਹਦੇ ਸੀ। ਕਿਉਂ? ਕੋਈ ਅਦਬ ਹੁੰਦਾ ਸੀ, ਸਤਿਕਾਰ ਹੁੰਦਾ ਸੀ। ਉਹਨਾਂ ਦੀ ਝਿੜਕ ਵਿੱਚੋਂ ਵੀ ਉਹਨਾਂ ਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਸੀ। ਅੱਜ ਉਹ ਚੀਜ਼ਾਂ ਸਾਡੇ ਸਮਾਜ ਵਿੱਚ ਹੌਲੀ ਹੌਲੀ ਅਲੋਪ ਹੋ ਗਈਆਂ। ਇੱਕ ਮੈਸੇਜ ਤਾਂ ਇਸ ਸ਼ਲੋਕ ਵਿੱਚੋਂ ਇਹ ਮਿਲਦਾ ਵੀ ਕਦੀ ਆਪਣੀ ਜਵਾਨੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਇਹ ਸਦਾ ਨਹੀਂ ਰਹਿੰਦੀ। ਗੁਰੂ ਨਾਨਕ ਸਾਹਿਬ ਦਾ ਇੱਕ ਵਾਕ ਹੈ, ਰਾਜ ਮਾਲ ਜੋਬਨ ਸਭ ਸ਼ਾਮ। ਜਵਾਨੀ ਨੂੰ ਤਾਂ ਸਤਿਗੁਰ ਦੀ ਬਾਣੀ ਇੱਕ ਦਰਖਤ ਦੇ ਪਰਛਾਵੇਂ ਦੀ ਤਰ੍ਹਾਂ ਮੰਨਦੀ ਹੈ। ਰਾਜ ਭਾਗ, ਮਾਲ ਦਾ, ਤੇ ਤੀਜਾ ਆ ਗਿਆ ਜੋਬਨ। ਤਿੰਨ ਚੀਜ਼ਾਂ ਆ ਗਈਆਂ। ਰਾਜ ਭਾਗ ਵੀ ਅੱਜ ਮੈਂ MP ਹਾਂ, ਅੱਜ ਮੈਂ ਮੁੱਖ ਮੰਤਰੀ ਹਾਂ, ਅੱਜ ਮੈਂ PM ਹਾਂ, ਅੱਜ ਮੈਂ ਗਵਰਨਰ। ਇਹ ਇੱਕ ਰਾਜ ਭਾਗ ਦਾ ਮਾਣ ਹੋਣਾ ਵੀ ਮੈਂ ਤਾਂ ਮੇਰੀ ਇਲਾਕੇ 'ਚ ਚੱਲਦੀ ਬੜੀ ਹੈ, ਸਦਾ ਰਹਿਣਾ ਹੈ ਤੂੰ। ਅੱਜ ਤੈਨੂੰ ਸਲੂਟ ਵੱਜਦੇ ਆ, ਕੱਲ੍ਹ ਤੈਨੂੰ ਪੁੱਛਣਾ। ਇੱਥੇ ਤਾਂ ਇਸ ਦੇਸ਼ ਵਿੱਚ ਤਾਂ ਜਿਹੜੇ ਕਦੀ DGP ਮਤਲਬ ਹੁਕਮ ਚਲਾਉਂਦੇ ਸੀ, ਕਦੀ ਉਹਨਾਂ ਨੂੰ ਉਹਨਾਂ ਹੀ SHO ਤੇ DSPਆਂ ਕੋਲੋਂ ਲੁਕ ਕੇ ਜਾਨ ਬਚਾਉਣੀ ਪਈ। ਕਦੀ ਵਕਤ ਸੀ ਨਾ ਵੀ ਜਿਨ੍ਹਾਂ ਨੂੰ ਸਲੂਟ ਮਾਰਦੇ ਸੀ SSP ਤੱਕ, IG ਤੱਕ, ਤੇ ਅੱਜ ਉਹਨਾਂ ਨੂੰ ਇੱਕ SHO ਤੋਂ ਵੀ ਡਰ ਆ ਰਿਹਾ ਹੋਏਗਾ। ਵਕਤ ਸੀ ਨਾ, ਰਾਜ ਮਾਲ ਹੈ। ਜੇ ਕਦੀ ਬਾਦਸ਼ਾਹ, ਜੇ ਆਪਾਂ ਇਸ ਦੇਸ਼ ਦੀ ਇਹ ਗੱਲ ਕਰਦੇ ਹਾਂ ਵੀ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਜੇਲ੍ਹ 'ਚ ਬੰਦ ਕਰਤਾ, ਕਦੀ ਉਹਦੇ ਹੁਕਮ ਦੇ ਅਨੁਸਾਰ ਸਾਰੀ ਫੌਜ ਉਹਦੀ ਗੱਲ ਮੰਨਦੀ ਹੈ, ਤੇ ਅੱਜ ਉਸੇ ਫੌਜ ਦੇ ਸਿਪਾਹੀਆਂ ਨੇ ਫੜ ਕੇ ਉਹਨੂੰ ਜੇਲ੍ਹ 'ਚ ਤਾੜਤਾ। ਕਿਆ ਨਾ, ਸਾਰਾ ਕੁਝ ਉੱਡ ਗਿਆ, ਸਾਰਾ ਕੁਝ। ਰਾਜ ਮਾਲ ਮੈਨੂੰ ਸੰਪਤੀ, ਪੈਸਾ ਰਹਿੰਦਾ, ਜਿਹੜਾ ਪੈਸਾ ਅੱਜ ਤੁਹਾਡਾ ਕੱਲ੍ਹ ਨੂੰ ਕਿਸੇ ਹੋਰ ਦਾ ਹੋ ਜਾਣਾ। ਰਾਜ ਮਾਲ ਜੋਬਨ, ਤੀਜੀ ਆ ਗਈ ਜਵਾਨੀ ਸਦਾ ਰਹਿਣੀ ਹੈ। ਜਿਹੜਾ ਜੋਬਨ ਅੱਜ ਤੁਹਾਡੇ ਉੱਤੇ ਹੈ, ਪੁੱਛ ਕੇ ਵੇਖੋ ਦਾਦਾ ਜੀ ਨੂੰ, ਆਪਣੀ ਦਾਦੀ ਜੀ ਨੂੰ ਪੁੱਛ ਕੇ ਵੇਖ ਲਓ, ਜਵਾਨੀ ਉਹਨਾਂ 'ਤੇ ਵੀ ਸੀ ਕਦੀ। ਤੁਹਾਡੇ ਮਾਂ-ਬਾਪ ਜੋਬਨ ਉਹਨਾਂ 'ਤੇ ਵੀ ਸੀ। ਉਹ ਆਪ ਦੱਸਦੇ 10-10 ਮੀਲ ਪੈਦਲ ਤੁਰਨੇ ਦੇ ਸੀ। ਅੱਜ ਸਰਾਣੇ ਪਿਆ ਬਰਤਨ ਪਾਣੀ ਦਾ ਵੀ 100 ਕੂਹਾਂ 'ਤੇ ਦਿਸਦਾ ਹੈ। ਅੱਜ ਬੈਡਰੂਮ ਦੇ ਨਾਲ ਵਾਸ਼ਰੂਮ ਹੁੰਦਾ, ਉੱਥੇ ਜਾਣ ਤੱਕ ਵੀ ਕਈ ਵਾਰੀ ਸਹਾਰੇ ਦੀ ਲੋੜ ਪੈਂਦੀ ਹੈ। ਜਵਾਨੀ ਨਹੀਂ ਨਾ ਰਹੀ। ਤੇ ਹੰਕਾਰ ਕਾਹਦਾ? ਹੰਕਾਰ ਤੇ ਗੁਣ ਦਾ ਵੀ ਨਹੀਂ ਕਰਨਾ ਚਾਹੀਦਾ। ਇਹ ਚੀਜ਼ ਤਾਂ ਹੈ ਹੀ ਨਹੀਂ ਬੰਦੇ ਦੇ ਕੋਲ। ਹੁਣ ਇਸ ਸ਼ਲੋਕ 'ਚੋਂ ਇੱਕ ਮੈਸੇਜ ਇਹ ਮਿਲ ਗਿਆ। ਦੂਜਾ ਇਹ ਮਿਲਿਆ ਕਿ ਸੱਸੜ ਸੂਈਆਂ ਕਿਵੇਂ ਕਰਦੀ। ਇਹ ਜੀਵ ਇਸਤਰੀ ਆਪਣੇ ਮਾਲਕ ਵਾਹਿਗੁਰੂ ਅੱਗੇ ਕਿਉਂ ਨਹੀਂ ਝੁਕ ਰਹੀ? ਹੰਕਾਰ ਝੁਕਣ ਨਹੀਂ ਦਿੰਦਾ। ਨਾਨਕ ਗੁਰੂ ਨਾ ਚੇਤਨੇ ਮਨ ਆਪਣੇ ਸੁਚੇਤ। ਆਪਣੇ ਮਨ 'ਚ ਹੀ ਸੁਚੇਤ, ਮਨ ਹੀ ਤੇ ਗੁਣ ਗਾਉਣੇ, ਮਨ ਹੀ ਸਿਆਣਾ ਬਣ ਕੇ ਬੈਠਾ ਵੀ ਮੇਰੇ ਵਰਗਾ ਤੇ ਸੁਘੜ ਸਿਆਣਾ ਹੀ ਕੋਈ ਨਹੀਂ ਹੈਗਾ।
तो पातशाह जी कहते ने इस करके गोबिंद दे गुण नहीं गाए क्योंकि ससुर सुइया क्यों करी निवण ना जाए थणी गच जे लगा गिड़बड़ी सखीए तौल हरी से भी ढेंदे डिट में मुंद ना गर्भ थणी। मेरी भैणे हुण देखो विचार किदां रलदे आ। 1410 नंबर अंक तो सलोक 12 ते वधीक आपां शुरू कीते ते 1426 नंबर अंक ते आए आपां जी 16 अंक कीते ने 26 ते गुरु नौवें पातशाह दे सलोक शुरू हो गए ने। पहले सलोक नाल इस सलोक नूं मिल के वेखो गुरु साहब ने एक बाकमाल गल कही भी गोबिंद के गुण क्यों नहीं गाए क्योंकि हंकार गोबिंद के गुण नहीं गाउण दिंदा ते गुण ना गाउण करके जन्म अकाल चला गया, जन्म व्यर्थ चला गया, जन्म बर्बाद कर लिया। तो आप पातशाह की बाणी विचों किन्नियां थावां ते पढ़िया बहती जात नदी का पानी वहिंदा जांदा कदे दृष्ट न धारत, कभी नदी के पानी वाल वेख किदां पुल के थल्लों दी लंघ रहा दोबारा इनू मौका मिलना ही नहीं। अड़ा समा अज तेरे कोल है जो दिन आवें सो दिन जाही करना कूच रहन तर नाही। ये तुरया जा रहा भाई हर जस रे मना गायल है जो संगी है तेरो, हर जस रे मना गायल जो संगी है तेरो, अवसर बीत्यो जात है कहो मान ले मेरो। संपत रथ धन राज स्यों अत 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 शब्द समझते हो जो को बंदा अत चुक लिया अपन कहते बड़ी अत चुकी तू बई। परिवार नाल बच्चियां नाल कारोबार नाल प्यार करना माड़ी चीज़ थोड़ी है, पर बंदा इन्नी अत चुक ले भी उस तो बिना कोई दसे ही ना। जिम्मेवारियां तो बाणी भिजाउंदी नहीं, जिम्मेवारियां का एहसास कराउंदी है। पर अत शब्द यार समझो अत हुंदा जो बंदा सिखर कर लवे उस तो बिना दसे कुछ ना, जानी कि रास इनू कहंदे ने गुलाम हो जाना उस चीज़ का भी हुण मैनूं ये चीज़ तो बिना तो मैं मर जावांगा। कहंदे राज ये चीज़ां संपत रथ धन राज स्यों अत ने लगायो काल फास जब गल परी सब भयो परायो। जदों वकारां ने आण के गल च फाही पाई ना आ जिन्हां बदले अत चुकी फिरदा इन्हां चों एक चीज़ ने भी तैनूं छडाउणा नहीं, छडाउणा कोई चीज़ गांह हो गई तैनूं ये चीज़ चों छडा लवेगी, सवाल नहीं पैदा होंदा। बहती जात कदे दृष्ट न धारत मिथ्या मोह बंधे नित पार च। कह लगे वलगने वली जाना है झूठ दे बेईमाने ठगियां दे कच्चा धन इकट्ठा करी जाना जिहड़ा असली काम करदा ही नहीं। की करना चाहिए सी भाद माधवे भज दिन नित रैणी, उस माधवे नूं उस मालक नूं दिन रात भज याद कर। जन्म पदार्थ जीत हर शरणी, अपने इस जीवन इस जन्म के पदार्थ नूं भाव इस मनुखा देह नूं तू किद्दां जितना सी किद्दां सफर करना सी वो आ तरीका सी। करत विकार दो कर झारत, दो कर दा मीनिंग है दोवें हत्थ। कोई बंदा ना किसी काम के पिछे हत्थ धो के पै जाए आप नहीं कहते भी आह बंदा तो हत्थ धो के पै गया जानी कि हुण इहनूं इस काम तो बिना होर कुछ दिसदा ही नहीं। कई बंदे ना कारोबार के बहुत कीड़े होंदे भी वो बिजनस व्यापार खुब के करते। ये नहीं मैं कहता भी ये चीज़ां माड़ियां ने, पर बंदा उहदे च इन्ना खुब जे विदेशों च ऐसा होया जिहड़े कई बहुत 15-15 30-30 40-40 50-50 साल तो गए आ वो अपने मूँहों दसदे। बहुत परिवारों को मैं जानता हूँ अपने मूँह ये गल दसदे कहंदे भी जदों असीं आए थे हसबैंड ने भी जॉब करनी वाइफ ने भी जॉब करनी बच्चे छोटे सी असीं काम च ही इन्ना खुब गए भी काम ही काम काम ही काम काम ही काम। पर करदे कहदे लई सी बच्चों लिए भी बच्चे सैट हो जाण इन्हां दे वास्ते कर लईए। पर ऐसा समा आया इन्ना काम नूं तरजीह दित्ती इन्ना काम कीता जदों काम करके घर बनाए बिजनस व्यापार खड़े कीते पर जिन्हां लई कीते वो विच बहण जोगे रह ही ना। यानी कि वो उन्होंने टाइम ही ना दे पाए उन्होंने नाल गलबात ही ना कर वो दूरी बन गई है कि उन्होंने इंज लगा ये सिर्फ कारोबार के नाल इन्हां दा प्यार है साडे नाल कोई प्यार नहीं। कहते जिन्हां लई कीता अज असीं खून दे हंझू रोने भी एडे एडे बिजनस व्यापार खड़े कर ले पर बच्चों को असीं वक्त ही नहीं दे पाए। पर हौली हौली हुण जिहड़ी अगली पीढ़ी नूं समझ आउण लग पई है जे दोनों जाने पढ़े लिखे ने एक जॉब करदा दूजा माँ घर बच्चों को साਂਭਦੀ वो कहते ठीक है अज घर साढ़े को एक है 2 बैडरूम ने 3 बैडरूम है छोटा घर है कोई गल नहीं समा पा के आपे वड्डा बना लांगे पर अज बच्चों को माँ की लोड़ है। उन्होंने दोवां ने इदां सैटिंग कर ली भी खर्चे घटा लो थोड़ी जी बच्चों को वक्त दो उन्होंने गल्लां बातां करो। विदेशों में भी कई परिवार में अपनी जीवन दोवें किस्म के परिवार वेखे जिन्हां दे घरां जाओ तो इन्नी ठेठ पंजाबी बोलते भी पंजाब का जंपल बच्चा भी उदां दी पंजाबी नहीं बोल सकता। पंजाब च रहने वाले बच्चे नूं हो सकदा उस कल्चर माहौल का उन्ना ना पता होवे जिन्ना अमेरिका कनेडा की धरती बाहरलियां कंट्रियां च बैठे मैं परिवारों के बच्चियां चीज़ां वेखियां। क्यों उन्होंने समा दिता है उन्होंने कहा पैसे 2 घट कमा लो पर बच्चों को एक बारी सांभ लो एक बारी पीढ़ी खड़ी कर लो
ਇੱਕ ਵਾਰੀ ਇਹਨੂੰ 15-20 ਸਾਲ 10 ਸਾਲ ਇੱਦਾਂ ਟਾਈਮ ਦੇ ਲਓ, ਇਹਨਾਂ ਨਾਲ ਗੱਲਾਂ ਬਾਤਾਂ ਕਰੋ। ਠੇਠ ਇੱਕ ਤਾਂ ਆਪਣੇ ਘਰਾਂ 'ਚ ਹਿੰਦੀ ਛੱਡ ਕੇ ਠੇਠ ਪੰਜਾਬੀ 'ਚ ਗੱਲ ਕਰੋ, ਇੰਗਲਿਸ਼ ਦੀ ਜਗ੍ਹਾ ਠੇਠ ਪੰਜਾਬੀ 'ਚ ਗੱਲ ਕਰੋ। ਬਾਹਰ ਇਹਨਾਂ ਸਿੱਖ ਲੈਣਾ, ਸਭ ਕਰੋ, ਸਾਰਾ ਕੁਝ ਜੀ। ਪੜ੍ਹਦੇ ਨੇ ਬੱਚੇ। ਮੈਂ ਤਾਂ ਇੱਥੇ ਆਪਣੇ ਇਸ ਭਾਰਤ ਦੇਸ਼ ਦੀ ਗੱਲ ਕਰਦਾ, ਇੱਥੇ ਵੀ ਪਿੰਡਾਂ ਸ਼ਹਿਰਾਂ 'ਚ ਐਡੀ ਬਿਮਾਰੀ ਪੈ ਗਈ ਆ ਵੀ ਅਸੀਂ ਆਪਣੇ ਬੱਚੇ ਨਾਲ ਪੰਜਾਬੀ ਬੋਲਣ ਤੋਂ ਕੰਨੀ ਕਤਰਾਉਂਦੇ ਹਾਂ। ਹਮ ਕੋ ਕਹਾਂ ਗਏ ਥੇ ਵਹਾਂ ਗਏ ਥੇ, ਜਾਂ ਇੰਗਲਿਸ਼ ਬੋਲਣੀ ਹੈ। ਮੈਂ ਨਹੀਂ ਕਹਿੰਦਾ ਚੀਜ਼ਾਂ ਮਾੜੀਆਂ ਨੇ, ਸਕੂਲਾਂ ਨੂੰ ਤਾਂ ਬਾਅਦ 'ਚ ਦੋਸ਼ ਦੇਵਾਂਗੇ ਨਾ ਆਪਾਂ ਵੀ ਸਕੂਲਾਂ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਜੀ, ਉੱਥੇ ਪੰਜਾਬੀ ਬੋਲਣ 'ਤੇ ਸਾਡੇ 'ਤੇ। ਇੱਥੇ ਪੰਜਾਬ ਵਿੱਚ ਹੀ ਤੁਸੀਂ ਵੇਖੋ ਕਿੰਨੇ ਜੰਗ ਲੜੀ ਗਈ ਕਿ ਪੰਜਾਬ ਦੇ ਵਿੱਚ ਜਿਹੜੇ ਸੜਕਾਂ ਦੇ ਉੱਤੇ ਸਾਈਨ ਬੋਰਡ ਲੱਗੇ, ਕਈਆਂ ਥਾਵਾਂ 'ਤੇ ਹਿੰਦੀ ਇੰਗਲਿਸ਼ 'ਚ ਲੱਗੇ ਹੋਏ ਸੀ ਵੀ ਪੰਜਾਬ ਹੈ। ਇੱਥੇ ਤਾਂ ਕਮ ਸੇ ਕਮ ਤੁਸੀਂ ਮਹਾਰਾਸ਼ਟਰ ਚਲੇ ਜਾਓ, ਉੱਥੇ ਅਗਲਿਆਂ ਨੇ ਸਾਈਨ ਬੋਰਡ ਆਪਣੀ ਭਾਸ਼ਾ 'ਚ ਲਾਏ ਨੇ, ਉੱਥੇ ਮਰਾਠੀ ਭਾਸ਼ਾ 'ਚ ਲਾਏ ਨੇ। ਅਗਲਾ ਕਹਿੰਦਾ ਜੇ ਤੈਨੂੰ ਲੋੜ ਹੈ ਤਾਂ ਪੜ੍ਹ ਲਾ। ਮੇਨ ਮਰਾਠੀ ਭਾਸ਼ਾ 'ਚ, ਦੂਜੇ ਨੰਬਰ 'ਤੇ ਇੰਗਲਿਸ਼ ਹਿੰਦੀ 'ਚ ਹੋ ਸਕਦਾ, ਪਰ ਮੇਨ ਮਰਾਠੀ 'ਚ ਹੈ। ਤੁਸੀਂ ਇਟਲੀ ਚਲ ਜਾਓ, ਮੈਂ ਆਪ ਵੇਖਿਆ ਇਟਲੀ, ਤੁਸੀਂ ਜਿਹੜਾ ਸਾਈਨ ਬੋਰਡ ਹੈ ਕਿਸੇ ਸ਼ਹਿਰ ਜਾਣਾ ਤੁਸੀਂ, ਤਾਂ ਉਹਨਾਂ ਨੇ ਆਪਣੀ ਲੈਂਗੁਏਜ 'ਚ ਲਾਇਆ। ਸਾਨੂੰ ਪਤਾ ਨਹੀਂ ਕੀ ਐਸੀ ਬਿਮਾਰੀ ਪੈ ਗਈ ਹੈ। ਆਪਣੇ ਪਰਿਵਾਰਾਂ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਪੰਜਾਬੀ ਆਪਣੇ ਪੁੱਤਰਾਂ ਧੀਆਂ ਦੇ ਆਨੰਦ ਕਾਰਜਾਂ ਦੇ ਕਾਰਡ ਵੀ ਛਪਾਉਣੇ ਆ ਤੇ ਪਿਓਰ ਪੰਜਾਬੀ ਛਪਾਓ। ਅਗਲੇ ਜਾ ਕੇ ਜਦੋਂ ਕਮ ਸੇ ਕਮ ਪੜ੍ਹ ਲਓ। ਮੈਂ ਕਹਿੰਦਾ ਜੀ ਇੰਗਲਿਸ਼ ਵੀ ਛਪਾਉਣੇ ਆ ਤੇ ਉਹਦੇ ਬੈਕ ਸਾਈਡ 'ਤੇ 2 ਅੱਖਰ ਇੰਗਲਿਸ਼ ਦੇ ਵੀ ਲਿਖ ਲਓ। ਦੱਸੋ ਤਾਂ ਸਹੀ ਨਾ, ਸਾਨੂੰ ਤਾਂ ਪੰਜਾਬੀ ਅਖਾਉਣ 'ਤੇ ਵੀ ਮਾਣ ਮਹਿਸੂਸ ਨਹੀਂ ਹੋ ਰਿਹਾ। ਅਸੀਂ ਤਾਂ ਇੰਨੇ ਦੂਰ ਚਲੇ ਗਏ। ਸਾਡੇ ਨਾਲ ਤਾਂ ਮੱਛੀ ਚੰਗੀ ਪਾਣੀ 'ਚ ਰਹਿੰਦੀ ਹੈ, ਪਾਣੀ ਤੋਂ ਬਿਨਾਂ ਮਰ ਜਾਂਦੀ ਹੈ। ਇਹ ਮਾਂ ਬੋਲੀ ਸੀ ਸਾਡੀ। ਸਕੂਲਾਂ ਨੂੰ ਦੋਸ਼ ਤੇ ਬਾਅਦ ਵੀ ਦੇਵਾਂਗੇ। ਅਸੀਂ ਤਾਂ ਇੱਥੇ ਤੁਸੀਂ ਕੈਨੇਡਾ ਚਲ ਜਾਓ, ਉੱਥੇ ਏਅਰਪੋਰਟ 'ਤੇ ਜਦੋਂ ਵੈਨਕੂਵਰ ਏਅਰਪੋਰਟ 'ਤੇ ਉਤਰੀਦਾ ਤੇ ਮੋਟੇ ਅੱਖਰਾਂ ਜੀ ਆਇਆਂ ਨੂੰ ਲਿਖਿਆ। ਇੰਗਲੈਂਡ ਮੈਂ ਆਪ ਵੇਖਿਆ ਏਅਰਪੋਰਟ ਦੇ ਉੱਤੇ ਅੰਦਰ ਜਿੰਨੀਆਂ ਹਦਾਇਤਾਂ ਦਿੱਤੀਆਂ ਨੇ, ਜਿਹੜੇ ਉੱਥੇ ਜਿਹੜੇ ਜਿੰਨੇ ਵੀ ਪੈਸੇਂਜਰ ਨੇ ਉਹਨਾਂ ਨੂੰ ਨਹੀਂ ਕੋਈ ਲੈਂਗੁਏਜ, ਉਹ ਪੰਜਾਬੀ 'ਚ। ਅਗਲੇ ਕਹਿਣ ਵੀ ਤੁਸੀਂ ਸਾਡੇ ਦੇਸ਼ ਆਏ ਜੇ, ਅਸੀਂ ਆਪਣੀ ਲੈਂਗੁਏਜ, ਉਹ ਉੱਥੇ ਵੀ ਉਹਨਾਂ ਪੰਜਾਬੀ ਦੇ ਵਿੱਚ ਇੰਗਲਿਸ਼ 'ਚ ਵੀ ਲਿਖਿਆ, ਪਰ ਨਾਲ ਪੰਜਾਬੀ ਵਿੱਚ ਵੀ ਜਿੰਨੀਆਂ ਹਦਾਇਤਾਂ, ਜਿਹੜੇ ਪੈਸੇਂਜਰ ਜਿਨ੍ਹਾਂ ਨੇ ਪਲੇਨ ਚੇਂਜ ਕਰਨਾ, ਜਿਹਨੂੰ ਨਹੀਂ ਪਤਾ ਉਹ ਪੜ੍ਹ ਸਕਣ ਉੱਥੇ। ਤੇ ਇੱਥੇ ਇਹਦਾ ਮਤਲਬ ਅਸੀਂ ਆਪ ਹੀ ਸਭ ਕੁਝ ਛੱਡ ਕੇ ਬੈਠ ਗਏ, ਆਪ ਹੀ ਅਸੀਂ ਤਿਆਗ ਕੇ ਬੈਠ ਗਏ। ਮੈਂ ਗੱਲ ਇਹ ਨਹੀਂ ਕਰਨਾ ਚਾਹੁੰਦਾ ਸੀ, ਕੰਮ ਕਰੋ, ਬਿਜ਼ਨਸ ਵਪਾਰ ਕਰੋ, ਪਰ ਅੱਤ ਨਾ ਚੁੱਕੋ। ਕਰਤ ਵਿਕਾਰ ਦੋ ਕਰ ਝਾਰਤ, ਉੱਥੇ ਸ਼ਬਦ ਕੀ ਵਰਤਿਆ ਸੀ ਕਿ ਤੂੰ ਅੱਤ ਚੱਕ ਲਈ, ਯਾਨੀ ਕਿ ਤੂੰ ਹੱਥ ਧੋ ਕੇ ਉਸ ਕੰਮ ਦੇ ਪਿੱਛੇ ਪੈ ਗਿਆ। ਇੱਥੇ ਵਕਾਰਾਂ ਦੇ ਪਿੱਛੇ ਹੱਥ ਧੋ ਕੇ ਪੈ ਗਏ। ਬਿਜ਼ਨਸ ਵਪਾਰ ਖੜੇ ਕਰੋ ਪੁੱਤਰਾਂ। ਕਿਸੇ ਸਿਆਣੇ ਨੇ ਬੜੀ ਕਮਾਲ ਦੀ ਗੱਲ ਕਹੀ, ਇੱਕ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ ਆਪਣੇ ਬੱਚਿਆਂ ਲਈ ਇੰਨਾ ਵੀ ਧਨ ਕਮਾ ਕੇ ਛੱਡ ਕੇ ਨਾ ਜਾਓ ਕਿ ਉਹ ਅਪਾਹਜ ਹੋ ਜਾਣ। ਅਪਾਹਜ ਸਮਝਦੇ ਹੋ ਕਿ ਤੁਸੀਂ ਇੰਨਾ ਕਮਾ ਜਾਓ ਵੀ ਉਹਨੂੰ ਇੰਜ ਲੱਗੇ ਵੀ ਅਜੇ ਮਾਂ ਬਾਪ ਦਾ ਹੀ ਵਾਧੂ ਕਮਾਇਆ, ਇਹ ਵਰਤਣਾ ਕਹਿੰਦੇ ਸੀ, ਵਰਤਣਾ ਜਾਨੀ ਕੋਈ ਕੰਮ ਕਰਨ ਜੋਗੇ ਰਹਿਣੀ ਨਾ। ਤੇ ਇੰਨਾ ਵੀ ਘੱਟ ਨਾ ਕਮਾ ਕੇ ਜਾਓ ਕਿ ਤੁਹਾਡੇ ਮਰਨ ਦੀ ਦੇਰ ਹੋਵੇ ਤੇ ਉਹਨਾਂ ਹੱਥ 'ਚ ਠੂਠਾ ਫੜਿਆ ਹੋਵੇ। ਜਾਨੀ ਕਿ ਸੋਹਣੇ ਜਿਹੇ ਤਰੀਕੇ ਨਾਲ ਉਹਨਾਂ ਨੂੰ ਐਜੂਕੇਸ਼ਨ ਦਿਓ, ਪੜ੍ਹਾਓ, ਉਹਨਾਂ ਨੂੰ ਪੈਰਾਂ 'ਤੇ ਖੜੇ ਕਰੋ, ਉਹਨਾਂ ਗੱਲਾਂ ਬਾਤਾਂ ਨੂੰ ਦੁਨੀਆਦਾਰੀ ਦਾ ਪਤਾ ਲੱਗੇ। ਥੋੜ੍ਹਾ ਜਿਹਾ ਪਰਿਵਾਰਕ ਘਰੇਲੂ ਗੱਲਾਂ ਤੋਂ ਬਾਹਰ ਸਮਾਜ ਦੀਆਂ ਦੁਨੀਆਦਾਰੀ ਦੀਆਂ ਗੱਲਾਂ ਵੀ ਆਪਣੇ ਬੱਚਿਆਂ ਨਾਲ ਸ਼ੇਅਰ ਕਰਨ ਦੀ ਲੋੜ ਹੈ ਸਾਨੂੰ। ਅਸੀਂ ਉਹਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਦੀ ਕੋਸ਼ਿਸ਼ ਕਰੀਏ। ਗੁਰੂ ਸਾਹਿਬ ਜੀ ਨੇ ਜਿਹੜੀ ਇੱਥੇ ਗੱਲ ਕੀ, ਕਰਤ ਵਿਕਾਰ ਦੋ ਕਰ ਝਾਰਤ, ਰਾਮ ਰਤਨ ਰਿੱਧ ਤਿਲ ਨਹੀਂ ਧਾਰਤ। ਤੂੰ ਹੱਥ ਧੋ ਕੇ ਵਿਕਾਰਾਂ ਪਿੱਛੇ ਪੈ ਗਿਆ, ਯਾਨੀ ਕਿ ਤੂੰ ਕਸਮ ਖਾਧੀ ਆ ਕਿ ਜੇ ਕਾਮੀ ਬਣਨਾ ਤਾਂ ਸਿਰੇ ਦਾ ਬਣਨਾ, ਜੇ ਲਾਲਚੀ ਬਣਨਾ ਤਾਂ ਸਿਰੇ ਦਾ ਬਣਨਾ। ਜਿਵੇਂ ਬਿਜ਼ਨਸ ਵਪਾਰ ਦੇ ਵਿੱਚ ਨਹੀਂ ਬੰਦਾ ਹੱਥ ਧੋ ਕੇ ਪਿੱਛੇ ਪੈਂਦਾ ਵੀ ਜੇ ਬਿਜ਼ਨਸ ਵਪਾਰ ਕਰਨਾ ਤਾਂ ਸਿਰੇ ਦਾ ਕਰਨਾ। ਤੂੰ ਲਾਲਚੀ ਵੀ ਸਿਰੇ ਦਾ ਬਣਦਾ ਪਿਆ, ਕ੍ਰੋਧੀ ਵੀ ਸਿਰੇ ਦਾ, ਹੰਕਾਰੀ ਵੀ ਸਿਰੇ ਦਾ। ਕਰਤ ਵਿਕਾਰ ਦੋ ਕਰ ਝਾਰਤ, ਰਾਮ ਰਤਨ ਰਿੱਧ ਤਿਲ ਨਹੀਂ ਧਾਰਤ। ਤੂੰ ਤਿਲ ਜਿੰਨਾ ਵੀ ਆਪਣੇ ਅੰਦਰ ਸੱਚ ਨੂੰ ਧਾਰਨ ਨਹੀਂ ਕੀਤਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀ। ਇੱਦਾਂ ਤੂੰ ਆਪਣਾ ਜਨਮ ਅਕਾਰਥ ਹੀ ਗਵਾ ਲਿਆ। ਮਹਾਰਾਜ ਕਹਿੰਦੇ ਹੌਸਲਾ ਨਾ ਛੱਡ। ਪੁੱਛੀਏ ਮਹਾਰਾਜ ਨੂੰ ਫਿਰ ਕਰੀਏ ਕੀ, ਕਿੱਦਾਂ ਗਾਈਏ? ਕਹਿੰਦੇ ਆ ਤੈਨੂੰ ਮੈਂ ਸਮਝਾ ਦੇਣਾ, ਇੱਦਾਂ ਗਾ। ਕਹੋ ਨਾਨਕ ਹਰ ਭਜ ਮਨਾ, ਹੇ ਨਾਨਕ ਆਖ ਹੇ ਮਨਾ ਇੱਦਾਂ ਭਜ, ਇੱਦਾਂ ਯਾਦ ਕਰ। ਜਿਹ ਬਿਧ, ਜਿਸ ਤਰੀਕੇ ਨਾਲ ਜਲ ਕਉ ਮੀਨ, ਜਿਵੇਂ ਮੱਛੀ ਪਾਣੀ ਨੂੰ ਯਾਦ ਕਰਦੀ ਹੈ। ਹੁਣ ਮੱਛੀ ਪਾਣੀ ਨੂੰ ਕਹਿੰਦੇ, ਜੇ ਬਿਧ ਜਲ ਕਉ ਮੀਨ ਦਾ ਅਰਥ ਕੀ ਹੈ? ਅੱਜ ਤੱਕ ਕਿਸੇ ਨੇ ਮੱਛੀ ਨੂੰ ਪਾਣੀ ਕਰਦੇ ਵੇਖਿਆ? ਜੇ ਬਿਧ ਜਲ ਕਉ ਮੀਨ ਦਾ ਅਰਥ ਕੀ ਹੈ? ਬਸ ਮੱਛੀ ਪਾਣੀ 'ਚ ਹੀ ਜਨਮ ਲੈਂਦੀ ਹੈ ਅਤੇ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ। ਇੱਦਾਂ ਗੁਣ ਗਾ ਵੀ ਤੂੰ ਰੱਬੀ ਗੁਣਾਂ ਤੋਂ ਬਿਨਾਂ ਤੇਰੀ ਮ੍ਰਿਤੂ ਹੋ ਜਾਏ, ਸਮਝ ਲੈ। ਆਖਾਂ ਜੀਵਾਂ ਵਿਸਰੇ ਮਰ ਜਾਉਂ ਵਾਲੀ ਗੱਲ ਹੋ ਜਾਏ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਜੋ ਮਛਲੀ ਬਿਨ ਪਾਣੀ ਹੈ,
ਜਿਵੇਂ ਮੱਛੀ ਬਿਨਾਂ ਪਾਣੀ ਤੋਂ ਬਿਨਾਂ ਦਾ ਕੋਈ ਜੀਵਨ ਨਹੀਂ। ਕੋਈ ਮੱਛੀ ਨੂੰ ਪਾਣੀ ਕਵੇ ਵੀ ਪਾਣੀ ਚੋਂ ਆ ਤੈਨੂੰ ਬਾਹਰ ਕੱਢਾਂ, ਕੋਈ ਵਿਅਕਤੀ ਮੱਛੀ ਨੂੰ ਇਹ ਕਵੇ ਕਿ ਪਾਣੀ ਤੇਰੇ ਲਈ ਕੀ ਆ, ਤੇ ਪਾਣੀ ਚੋਂ ਬਾਹਰ ਕੱਢ ਕੇ ਉਹਨੂੰ ਪੁੱਛੇ, ਉਹ ਕਵੇ ਵੀ ਇਹ ਗੱਲ ਬਾਅਦ 'ਚ ਬੋਲੀ, ਪਹਿਲਾਂ ਮੈਨੂੰ ਪਾਣੀ ਸੁੱਟ, ਤੈਨੂੰ ਮੈਂ ਦੱਸਾਂ ਪਾਣੀ ਕੀ ਹੈ। ਜੇ ਮੈਂ ਪਾਣੀ ਚੋਂ ਬਾਹਰ ਆ ਗਈ ਤੇ ਮੈਂ ਮਰ ਜਾਣਾ, ਪਾਣੀ ਹੀ ਮੇਰਾ ਜੀਵਨ ਹੈ। ਜੇ ਬਿਦ ਜਲ ਕੋ ਮੀਨ ਦਾ ਅਰਥ ਹੈ ਮੱਛੀ ਦਾ ਜੀਵਨ ਪਾਣੀ ਹੈ। ਇਹਨੂੰ ਸੌਖਾ ਸਮਝ ਲਈਏ, ਮੱਛੀ ਦਾ ਜੀਵਨ ਪਾਣੀ ਹੈ, ਸਿੱਖ ਦਾ ਜੀਵਨ ਸਤਿਗੁਰ ਦੀ ਬਾਣੀ ਹੈ। ਭਾਈ ਗੁਰਦਾਸ ਜੀ ਦੇ ਬਚਨ ਪੜ੍ਹੀਏ ਨਾ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨਾ ਵਿਸਰੇ ਪਾਣੀ। ਜਿਹੜਾ ਮੱਛੀ ਦਾ ਪਰਿਵਾਰ ਹੈ ਨਾ, ਉਹ ਪਾਣੀ ਤੋਂ ਕਦੀ ਬਾਗੀ ਨਹੀਂ ਹੁੰਦਾ। ਹੁਣ ਜਿਵੇਂ ਮੰਨ ਲਓ ਆਪਾਂ ਇਹ ਕਹੀਏ ਵੀ ਮੱਛੀ ਦਾ ਪਰਿਵਾਰ ਕਹੇ ਕਿ ਚਲੋ ਦਾਦਿਆਂ ਪੜਦਾਦਿਆਂ ਦੀ, ਸਾਡਿਆਂ ਦੀ, ਲੱਕੜ ਦਾਦਿਆਂ ਦੀ ਮਜਬੂਰੀ ਹੋਏਗੀ ਪਾਣੀ 'ਚ ਰਹਿਣਾ। ਹੁਣ ਤਾਂ ਅਸੀਂ 21ਵੀਂ ਸਦੀ 'ਚ ਪ੍ਰਵੇਸ਼ ਕਰ ਚੁੱਕੇ ਹਾਂ। ਹੁਣ ਤਾਂ ਸਾਡੇ ਲਈ ਕੋਈ ਵਧੀਆ ਕੋਈ ਤਰਲ ਪਦਾਰਥ ਲਿਆਓ, ਕੋਈ ਕੋਕ, ਪੈਪਸੀ, ਕੋਈ ਵਧੀਆ ਚੀਜ਼, ਕੋਈ ਤਰਲ ਮਹਿੰਗੇ ਤੋਂ ਮਹਿੰਗਾ ਪਦਾਰਥ ਲਿਆਓ, ਅਸੀਂ ਪਾਣੀ 'ਚ ਨਹੀਂ ਰਹਿਣਾ। ਉਹ ਪੁਰਾਣਿਆਂ ਜ਼ਮਾਨਿਆਂ ਦੀ ਗੱਲ ਹੋਰ ਸੀ, ਉਦੋਂ ਗਰੀਬੀ ਹੋਏਗੀ ਸਾਡੇ 'ਤੇ, ਹੁਣ ਤਾਂ ਅਸੀਂ ਬੜਾ ਕੁਝ ਕਮਾ ਲਿਆ। ਮੈਂ ਕਹਿੰਦਾ ਇੱਕ ਟੋਬੇ ਦੀ ਮੱਛੀ ਵੀ ਪਾਣੀ 'ਚ ਰਹਿੰਦੀ ਆ, ਤੇ ਕਿਸੇ ਅਮੀਰ ਬੰਦਿਆਂ ਨੇ ਆਪਣੇ ਘਰ 'ਚ ਮੱਛੀ ਪਾਲੀ ਹੋਵੇ ਉਹ ਵੀ ਪਾਣੀ 'ਚ ਹੀ ਰਹਿਣੀ ਆ, ਕਿਉਂਕਿ ਮੱਛੀ ਦਾ ਜੀਵਨ ਹੀ ਪਾਣੀ ਆ। ਕਿਸੇ ਹੋਰ ਤਰਲ ਪਦਾਰਥ ਪਾਓਗੇ ਤਾਂ ਉਹਨੇ ਪ੍ਰਾਣ ਤਿਆਗ ਦੇਣੇ ਨੇ। ਗੁਰੂ ਸਾਹਿਬ ਨੇ ਇਹ ਐਗਜ਼ਾਮਪਲ ਦੁਨੀਆ ਨੂੰ ਵੇਖ ਕੇ ਦਿੱਤੀ ਸੀ ਨਾ ਵੀ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਆ। ਹੁਣ ਆਪਾਂ ਕਹੇ ਵੀ ਅਮੀਰਾਂ ਦੀ ਮੱਛੀ ਤੇ ਪਾਣੀ 'ਚ ਰਹਿੰਦੀ ਨਹੀਂ ਭਾਈ। ਮੱਛੀ ਕਹਿੰਦੀ ਭਾਵੇਂ ਤੁਸੀਂ ਟੋਬੇ 'ਚ ਛੱਡ ਆਓ, ਤਾਂ ਭਾਵੇਂ ਮੈਨੂੰ ਕਿਸੇ ਸਰੋਵਰ 'ਚ, ਭਾਵੇਂ ਕਿਸੇ ਬਹੁਤ ਵਧੀਆ ਥਾਂ 'ਤੇ ਲੈ ਜਾਓ, ਰਹਿਣਾ ਮੈਂ ਪਾਣੀ 'ਚ ਹੀ ਆ। ਪਾਣੀ ਤੋਂ ਬਿਨਾਂ ਮੇਰਾ ਕੋਈ ਜੀਵਨ ਨਹੀਂ। ਜੇ ਮੱਛੀ ਦਾ ਪਰਿਵਾਰ ਪਾਣੀ ਤੋਂ ਬਾਗੀ ਨਹੀਂ ਹੋ ਸਕਦਾ, ਤਾਂ ਸਿੱਖਾ ਤੇਰਾ ਪਰਿਵਾਰ ਕਿੱਦਾਂ ਪਾਣੀ ਗੁਰਬਾਣੀ ਤੋਂ ਬਾਗੀ ਹੋ ਜਾਏਗਾ। ਤੂੰ ਜਿੱਥੇ ਮਰਜ਼ੀ ਭੱਜ ਲਾ, ਤੂੰ ਦੇਸ਼ ਛੱਡ ਕੇ ਵਿਦੇਸ਼ ਚਲਾ, ਜਿੱਥੇ ਮਰਜ਼ੀ ਚਲ ਜਾ, ਪਰ ਜੇ ਤੇਰੇ ਕੋਲ ਸਤਿਗੁਰ ਦੀ ਬਾਣੀ ਦੀ ਵਿਚਾਰ ਨਾ ਹੋਈ, ਘਰ ਤਾਂ ਤੇਰੇ ਕੋਲ ਬਹੁਤ ਵੱਡੇ ਵੱਡੇ ਹੋਣਗੇ, ਗੱਡੀਆਂ ਬਾ ਕਮਾਲ ਹੋਣਗੀਆਂ, ਬਿਜ਼ਨਸ ਵਪਾਰ ਖੜੇ ਹੋਣਗੇ, ਪਰ ਅੰਦਰ ਦਾ ਜੀਵਨ ਡੈਡ ਹੋਏਗਾ, ਅੰਦਰੋਂ ਲਾਸ਼ ਹੋਏਗੀ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲਾਏ। ਜਿਵੇਂ ਪੱਕਾ ਰੋਗੀ ਵਿਲਕਦਾ ਨਹੀਂ, ਜੇ ਤੇਰੇ ਕੋਲ ਸਤਿਗੁਰ ਦੀ ਬਾਣੀ ਨਾ ਹੋਈ ਤੇ ਇੱਦਾਂ ਵਿਲਕੇਂਗਾ, ਇੱਦਾਂ ਤੜਫੇਂਗਾ, ਇੱਦਾਂ ਤੇਰਾ ਜੀਵਨ ਕੁਰਲਾਏਗਾ ਜੇ ਤੇਰੇ ਕੋਲ ਸਤਿਗੁਰ ਦੀ ਬਾਣੀ ਨਾ ਹੋਈ। ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨਾ ਵਿਸਰੇ ਪਾਣੀ। ਜਿਵੇਂ ਮੱਛੀ ਦਾ ਪਰਿਵਾਰ ਪਾਣੀ ਤੋਂ ਬਾਗੀ ਨਹੀਂ ਹੋ ਸਕਦਾ, ਤੇ ਪਿਆਰਿਆ ਤੂੰ ਵੀ ਸਤਿਗੁਰ ਦੀ ਬਾਣੀ ਤੋਂ ਬਾਗੀ ਨਹੀਂ ਹੋ ਸਕਦਾ। ਠੀਕ ਹੈ, ਕੱਚਿਆਂ ਘਰਾਂ ਤੋਂ ਪੱਕਿਆਂ ਘਰਾਂ 'ਚ ਆ ਗਏ ਆ, ਪਰ ਜਿਹੜਾ ਅੰਦਰ ਦੀ ਜੀ ਵੇਖੋ, ਮਨ ਦੀ ਖੁਰਾਕ ਤੇ ਉਹ ਰਹਿਣੀ ਆ। ਤਨ ਦੀਆਂ ਖੁਰਾਕਾਂ ਆਪਾਂ ਸਮੇਂ ਨਾਲ ਬਦਲਤੀਆਂ। ਤਨ ਦੀ ਖੁਰਾਕ ਸਮੇਂ ਨਾਲ ਬਦਲੀ ਜਾ ਸਕਦੀ ਆ। ਤਨ ਦੀ ਖੁਰਾਕ ਤੁਸੀਂ ਪਹਿਲਾਂ ਕੁਝ ਹੋਰ ਖਾਂਦੇ ਸੀ, ਹੁਣ ਸ਼ਹਿਰਾਂ ਜਾ ਕੇ ਕੁਝ ਹੋਰ ਖਾਣ ਲੱਗ ਪਏ, ਵਿਦੇਸ਼ਾਂ ਜਾ ਕੁਝ ਹੋਰ ਖਾਣ ਲੱਗ ਪਏ। ਬੰਦਾ ਖੁਰਾਕ ਬਦਲ ਦਿਓਗੇ ਨਾ, ਖੁਰਾਕ ਤੇ ਸਮੇਂ ਨਾਲ ਬਦਲਦੀ, ਪਰ ਮਨ ਦੀ ਖੁਰਾਕ ਤੇ ਇੱਕੋ ਰਹਿਣੀ ਹੈ ਨਾ। ਮਨ ਦੀ ਖੁਰਾਕ ਸਤ, ਸੰਤੋਖ, ਦਇਆ, ਧਰਮ, ਧੀਰਜ। ਜਦੋਂ ਆਪਣੇ ਦਾਦੇ ਪੜਦਾਦੇ 100, 200, 500 ਸਾਲ ਪਹਿਲਾਂ ਸੀ, ਉਦੋਂ ਵੀ ਇਹੋ ਸੀ, ਅੱਜ ਵੀ ਇਹੋ ਹੀ ਆ। ਜੇ ਉਦੋਂ ਖੁਰਾਕ ਚੰਗੀ ਖਾਂਦੇ ਸੀ ਤੇ 5-5, 7-7 ਭਰਾ ਇੱਕ ਮਕਾਨ ਵਿੱਚ ਰਹਿੰਦੇ ਸੀ। ਜੇ ਅੱਜ ਸਾਡਾ ਮਨ ਉਹ ਖੁਰਾਕ ਖਾਣੀ ਬੰਦ ਕਰ ਗਿਆ, ਤੇ ਅੱਜ ਅਸੀਂ ਇੱਕ ਇੱਕ ਘਰ 'ਚ ਖਿੱਚ ਪੈ ਰਹੇ ਹਾਂ। ਅਸੀਂ ਇੱਕ ਲੌਤਾ ਪੁੱਤਰ ਮਾਂ ਬਾਪ ਨਾਲ ਰਹਿਣ ਨੂੰ ਤਿਆਰ ਨਹੀਂ। ਕਈਆਂ ਘਰਾਂ 'ਚ ਨੂੰਹ ਦੀ ਸੱਸ ਸਹੁਰੇ ਨਾਲ ਬਣਦੀ ਆ, ਪੁੱਤ ਦੀ ਨਹੀਂ ਬਣਦੀ। ਐਸੇ ਘਰ ਵੀ ਹੈਗੇ। ਆਪਾਂ ਹਰ ਥਾਂ ਤੇ ਧੀਆਂ ਨੂੰ ਬਲੇਮ ਨਹੀਂ ਕਰ ਸਕਦੇ ਆਪਾਂ। ਨਾ 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 ਨਾ, ਵੀ ਨੂੰਹ ਆਈ ਜੀ ਉਹਨੇ ਘਰ ਪਾੜਤਾ, ਤੇ ਜੇ ਅੱਗੇ ਉਹ ਨੂੰਹ ਕਵੇ ਵੀ ਜਦੋਂ ਮੈਂ ਤੁਹਾਡੇ ਨਾਲ ਨਹੀਂ ਸੀ, ਬਲੇਮ ਤੁਸੀਂ ਮੇਰੇ 'ਤੇ ਕਰ ਰਹੇ ਹੋ, ਇਲਜ਼ਾਮ ਮੇਰੇ 'ਤੇ ਲਾ ਰਹੇ ਹੋ ਤੁਸੀਂ, ਮੈਂ ਤਾਂ ਫਿਰ ਵੀ ਤੁਹਾਡਾ ਅਦਬ ਸਤਿਕਾਰ ਕਰਦੀ ਹਾਂ। ਤੁਹਾਡੇ ਪੁੱਤ ਦੀ ਤੁਹਾਡੇ ਨਾਲ ਨਹੀਂ ਬਣਦੀ। ਬਹੁਤ ਪਰਿਵਾਰਾਂ 'ਚ ਇੱਦਾਂ ਦੀਆਂ ਧੀਆਂ ਵੀ ਹੈਗੀਆਂ। ਜੇ ਕਿਤੇ ਪਤੀ ਆਪਣੀ ਮਾਂ ਨਾਲ ਲੜੇ, ਬਾਪ ਨਾਲ ਲੜੇ, ਤੇ ਨੂੰਹ ਸਮਝਾਉਂਦੀ ਹੈ, ਮਾਂ ਬਾਪ ਅੱਗੇ ਨਹੀਂ ਬੋਲੀਦਾ। ਐਸੀਆਂ ਧੀਆਂ ਵੀ ਹੈਗੀਆਂ ਸਮਾਜ ਵਿੱਚ ਨਾ। ਦੋਵੇਂ ਪੱਖ ਹੀ ਸਾਨੂੰ ਲੈ ਕੇ ਚੱਲਣੇ ਪੈਣੇ। ਚੰਗੀਆਂ ਧੀਆਂ ਵੀ ਹੈਗੀਆਂ, ਪੁੱਠੀ ਮੱਤ ਦੇਣ ਵਾਲੀਆਂ ਵੀ ਹੋ ਸਕਦੀਆਂ। ਹਰ ਕਿਸਮ ਦੇ ਲੋਕ ਇੱਦਾਂ ਦੇ ਹੁੰਦੇ, ਜਿੱਥੇ ਲੜਕਾ ਮਾਂ ਬਾਪ ਨਾਲ ਰਹਿਣਾ ਚਾਹੁੰਦਾ, ਪਰ ਲੜਕੀ ਕਹਿੰਦੀ ਨਹੀਂ ਮੇਰੀ ਮਾਂ ਬਾਪ ਤੇਰੇ ਨਾਲ ਬਣਦੀ ਨਹੀਂ। ਤੇ ਐਸੇ ਪਰਿਵਾਰਾਂ ਦੀਆਂ ਧੀਆਂ ਵੀ ਚੰਗੇ ਸੰਸਕਾਰਾਂ ਵਾਲੀਆਂ ਹੈਗੀਆਂ, ਜਿੱਥੇ ਲੜਕੇ ਦੀ ਮਾਂ ਬਾਪ ਨਾਲ ਨਹੀਂ ਬਣਦੀ, ਪਰ ਨੂੰਹ ਦੀ ਬਣਦੀ। ਨੂੰਹ ਕਹਿੰਦੀ ਵੀ ਮੈਂ ਨਹੀਂ ਆਪਣੇ ਮਾਂ ਬਾਪ ਨੂੰ ਛੱਡ ਕੇ ਪਾਸੇ ਜਾਣਾ, ਜਾਣੀ ਕਿ ਉਹ ਸੱਸ ਸਹੁਰੇ 'ਚੋਂ ਆਪਣਾ ਮਾਂ ਬਾਪ ਵੇਖਦੀ। ਤਾਂ ਮੈਂ ਕਈ ਵਾਰੀ ਸੋਚਦਾ ਵੀ ਐਸੀਆਂ ਧੀਆਂ ਕਰਕੇ ਸਮਾਜ ਚੱਲ ਰਿਹਾ। ਦੁਨੀਆ 'ਤੇ ਚੰਗੇ ਮਾੜੇ ਪੱਖ ਦੋਵੇਂ ਰਹਿਣੇ ਆ। ਗੋਬਿੰਦ ਦੇ ਗੁਣ ਗਾਉਣ ਦਾ ਅਰਥ ਨਹੀਂ ਵੀ ਮੈਂ ਕਹੀ ਜਾਵਾਂ ਵੀ ਰੱਬ ਜੀ ਬੜੇ ਵੱਡੇ ਨੇ, ਰੱਬ ਜੀ ਬੜੇ, ਅਸੀਂ ਸਾਰੀ ਦੁਨੀਆ ਕਵੇ ਰੱਬ ਜੀ ਬਹੁਤ ਵੱਡੇ ਆ, ਸਾਡੇ ਕਹਿਣਾ ਵੱਡੇ ਥੋੜ੍ਹੇ ਹੋਣਾ। ਗੁਣ ਗਾਉਣ ਦੇ ਅਰਥ ਵਾ ਉਹ ਰੱਬੀ ਗੁਣ, ਸਤ, ਸੰਤੋਖ, ਦਇਆ, ਧਰਮ, ਧੀਰਜ, ਉਹ ਗੁਣਾਂ ਨੂੰ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਕਰਕੇ ਉਹਨਾਂ ਨੂੰ ਖਰਚਣਾ ਸ਼ੁਰੂ ਕਰੀਏ, ਉਹਨਾਂ ਨੂੰ ਵਰਤਣਾ ਸ਼ੁਰੂ ਕਰੀਏ।
ਗੁਣ ਗੋਬਿੰਦ ਗਾਇਓ ਨਹੀਂ। ਜੇ ਜਨਮ ਸਫਲ ਬਣਾਉਣਾ ਚਾਹੁੰਦੇ ਆ ਤੇ ਉਹਨਾਂ ਗੁਣਾਂ ਮੁਤਾਬਕ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਈਏ। ਜੇ ਉਹਨਾਂ ਗੁਣਾਂ ਦਾ ਲੜ ਛੱਡ ਦਿੱਤਾ, ਰੱਬੀ ਗੁਣਾਂ ਦਾ ਸੱਚ ਦਾ ਲੜ ਛੱਡਤਾ, ਜਨਮ ਆਕਾਰਥ ਚਲਾ ਗਿਆ, ਵਿਅਰਥ ਚਲਾ ਗਿਆ, ਬਰਬਾਦ ਹੋ ਗਿਆ। ਭਈ ਪ੍ਰਾਪਤ ਮਾਨੁਖ ਤੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੈਨੂੰ ਮੌਕਾ ਮਿਲਿਆ, ਸਾਂਭਲਾ ਭਾਈ, ਸਚਿਆਰਾ ਬਣ ਜਾ। ਕਹੋ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਤੈਨੂੰ ਤਰੀਕਾ ਦੱਸੀਏ। ਤਰੀਕਾ ਦੱਸਿਆ ਵੀ ਜੇ ਜਨਮ ਆਕਾਰਥ ਜਾ ਰਿਹਾ ਤੇ ਆਹ ਤਰੀਕਾ ਅਪਣਾ ਲਾ। ਕਹੋ ਨਾਨਕ ਹਰ ਭਜ ਮਨਾ, ਹੇ ਨਾਨਕ ਜੀ ਆਖ ਰਹੇ ਨੇ, ਹੇ ਮਨਾ ਇੱਦਾਂ ਭਜ ਜਿਹ ਬਿਦ ਜਲ ਕੋ ਮੀਨ। ਜਿੱਦਾਂ ਮੱਛੀ ਪਾਣੀ ਨੂੰ, ਭਾਵ ਮੱਛੀ ਦਾ ਜੀਵਨ ਆਸਰਾ ਪਾਣੀ ਹੈ, ਤੇਰਾ ਜੀਵਨ ਸਤਿਗੁਰ ਦੀ ਬਾਣੀ ਬਣ ਜਾਏ, ਉਹਦੀ ਯਾਦ ਤੇਰਾ ਜੀਵਨ ਬਣ ਜਾਏ। ਉਹਦੀ ਯਾਦ ਤੋਂ ਬਿਨਾਂ ਤੂੰ ਆਪਣੇ ਆਪ ਨੂੰ ਲਾਸ਼ ਸਮਝੇ, ਮੁਰਦਾ ਸਮਝੇ, ਤਾਂ ਸਮਝ ਲਈ ਕਿ ਤੇਰੇ ਅੰਦਰ ਇਹ ਭੁੱਖ ਹੋਏਗੀ ਕਿ ਮੈਂ ਸਦਾ ਹੀ ਉਹਦੀ ਗੋਦ ਵਿੱਚ ਆਪਣਾ ਜੀਵਨ ਬਸਰ ਕਰਾਂ। ਨੌਵੇਂ ਪਾਤਸ਼ਾਹ ਜੀ ਦੇ ਸਲੋਕਾਂ ਦੀ ਅੱਜ ਵਿਚਾਰ ਆਪਾਂ ਆਰੰਭ ਕੀਤੀ ਹੈ। ਪਹਿਲੇ ਸਲੋਕ ਦੀ ਵਿਚਾਰ ਆਪਾਂ ਜਿਹੜੀ ਹੈ ਬੜੇ ਪਿਆਰ ਨਾਲ ਸਾਂਝੀ ਕੀਤੀ ਹੈ। ਇਹ ਸਾਰੇ ਸਲੋਕ ਵਾਰਾਂ ਤੇ ਵਧੀਕ ਬਾਣੀ ਦੇ ਸਿਰਲੇਖ ਹੇਠ ਹੀ ਹਨ। ਸਾਰੇ ਆਪਾਂ ਇੱਦਾਂ ਵਿਚਾਰਦੇ ਜਾਣਾ, ਪੜ੍ਹਦੇ ਜਾਣਾ। ਕੋਸ਼ਿਸ਼ ਕਰਿਆ ਕਰੋ ਆਪ ਸਹਿਜ ਪਾਠ। ਮੈਂ ਹਰ ਰਿਕਾਰਡਿੰਗ ਤੋਂ ਬਾਅਦ ਇੱਕ ਲਫ਼ਜ਼ ਬੋਲਦਾ ਵੀ ਆਪ ਸਹਿਜ ਪਾਠ ਕਰੋ ਭਾਈ। ਜੋ ਅਸੀਂ ਕਹਿੰਦੇ ਜ਼ਰੂਰੀ ਨਹੀਂ ਉੱਤੇ ਵਿਸ਼ਵਾਸ ਕਰੋ। ਆਪ ਇੱਕ ਵਾਰ ਗੁਰਬਾਣੀ ਪੜ੍ਹ ਲਓ, ਸਮਝ ਆ ਜੂਗੀ ਕਿ ਗੁਰੂ ਪਾਤਸ਼ਾਹ ਦੀ ਬਾਣੀ ਬਹੁਤ ਸੋਹਣਾ ਸਾਨੂੰ ਜੀਵਨ ਬਖਸ਼ਿਸ਼ ਕਰਦੀ ਹੈ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।